ਸਤਿ ਸ਼੍ਰੀ ਅਕਾਲ। ਲੋਕਰਾਣ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ। ਦੋਸਤੋ, ਡਾਕਟਰ ਸਾਹਿਬ ਨਾਲ ਅਸੀਂ ਗੱਲ ਕਰਾਂਗੇ ਕਰਪਸ਼ਨ ਦੇ ਉੱਤੇ, ਭ੍ਰਿਸ਼ਟਾਚਾਰ ਦੇ ਉੱਤੇ। ਕਹਿੰਦੇ ਕਿ ਪੰਜਾਬ ਦੇ ਜੋ ਵੱਡੇ ਦਿੱਗਜ ਨੇ, ਜਿਹੜੇ ਲਗਾਤਾਰ ਹੁਕਮਰਾਨ ਸੱਤਾ ਦੇ ਵਿੱਚ ਰਹੇ ਨੇ, ਉਹਨਾਂ ਵੱਲ ਕਹਿੰਦੇ ਹੁਣ ਬਾਜ਼ ਆਖਿਆ ਪੰਜਾਬ ਸਰਕਾਰ ਦੀ। ਵੱਡੀਆਂ ਜ਼ਮੀਨਾਂ ਦੇ ਘਟਾਲੇ ਨੇ, ਬੜੇ ਖੇਤੀ ਮਹਿਕਮੇ ਦੇ ਘਟਾਲੇ ਨੇ, ਬੜੇ ਵੱਡੇ ਵੱਡੇ ਘਟਾਲੇ ਨੇ, ਲੱਖਾਂ ਕਰੋੜਾਂ ਦੇ ਨਹੀਂ ਅਰਬਾਂ ਦੇ ਵਿੱਚ ਇਹ ਘਟਾਲੇ ਦੱਸੇ ਜਾਂਦੇ ਨੇ। ਇਸੇ ਮਾਮਲੇ ਤੇ ਸਾਡੇ ਨਾਲ ਡਾਕਟਰ ਸਾਹਿਬ ਜੁੜੇ ਨੇ। ਡਾਕਟਰ ਸਾਹਿਬ ਕਹਿੰਦੇ ਕਿ ਬੜੇ ਵੱਡੇ ਘਟਾਲੇ ਹੋ ਗਏ ਪੰਜਾਬ ਦੇ ਵਿੱਚ। ਤਾਂ ਦੇਖੋ ਪੰਗੂ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਉੱਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਤਾਂ ਉਹ ਪਹਿਲੀ ਗੱਲ ਤਾਂ ਕਿ ਕਰਜ਼ਾ ਕਿਵੇਂ ਚੜਿਆ ਔਰ ਉਹ ਕਰਜ਼ਾ ਗਿਆ ਕਿੱਥੇ। ਪਹਿਲਾਂ ਤਾਂ ਵੱਡਾ ਸਵਾਲ ਪੰਜਾਬ ਦੇ ਲੋਕ ਪਿਛਲੀਆਂ ਸਰਕਾਰਾਂ ਤੋਂ ਇਹੀ ਪੁੱਛਣਾ ਚਾਹੁੰਦੇ ਨੇ ਕਿ ਜੇਕਰ ਉਹ ਪੌਣੇ 3 ਕਰੋੜ ਰੁਪਏ ਦਾ ਕਰਜ਼ਾ ਹੈਗਾ, ਪੌਣੇ 300 ਕਰੋੜ ਦਾ, ਤਾਂ ਉਹ ਪੈਸਾ ਅੱਜ ਹੈ ਕਿੱਥੇ ਹੈ। ਸੋ ਇੱਥੋਂ ਹੀ ਸਪਸ਼ਟ ਹੈ, ਕਿਉਂਕਿ ਜੇਕਰ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਪੈਸਾ ਲੱਗਿਆ ਹੁੰਦਾ ਤਾਂ ਅੱਜ ਉਹ ਸਾਨੂੰ ਦਿਖਣਾ ਸੀਗਾ, ਉਹ ਰੁਜ਼ਗਾਰ ਦੇ ਵਿੱਚ ਦਿਖਣਾ ਸੀਗਾ, ਉਹ ਸਿਹਤ ਸਹੂਲਤਾਂ ਦੇ ਵਿੱਚ ਦਿਖਣਾ ਸੀਗਾ, ਉਹ ਸਿੱਖਿਆ ਦੀਆਂ ਸਹੂਲਤਾਂ ਦੇ ਵਿੱਚ ਦਿਖਣਾ ਸੀਗਾ। ਪਰ ਆਪਾਂ ਸਾਰੇ ਜਾਣਦੇ ਹਾਂ ਕਿ ਕਿਤੇ ਦਿਖਾਈ ਨਹੀਂ ਦੇ ਰਿਹਾ। ਸੋ ਇਹਦਾ ਮਤਲਬ ਹੈ ਕਿ ਜਿਹੜਾ ਪੈਸਾ ਵਿਕਾਸ ਦੇ ਨਾਮ 'ਤੇ ਲੱਗਦਾ ਰਿਹਾ, ਜਿਹੜਾ ਪੈਸਾ ਇਹ ਕਹਿੰਦੇ ਸੀਗੇ ਐਜੂਕੇਸ਼ਨ ਦੇ ਨਾਂ 'ਤੇ ਲੱਗੂਗਾ, ਹੈਲਥ ਦੇ ਨਾਂ ਦੇ ਉੱਤੇ ਲੱਗੂਗਾ, ਔਰ ਚਾਹੇ ਉਹ ਸੈਂਟਰ ਦੀਆਂ ਸਕੀਮਾਂ ਹੋਣ, ਚਾਹੇ ਪੰਜਾਬ ਦੀਆਂ ਆਪਣੀਆਂ ਸਕੀਮਾਂ ਹੋਣ ਸਰਕਾਰ ਦੀਆਂ, ਉਹ ਸਕੀਮਾਂ ਜ਼ਰੂਰ ਬਣਦੀਆਂ ਰਹੀਆਂ। ਪਰ ਪੈਸਾ ਜਿਹੜਾ ਸੀਗਾ ਹਕੀਕੀ ਤੌਰ 'ਤੇ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪ੍ਰੈਕਟੀਕਲ ਤੌਰ 'ਤੇ ਲੱਗਣਾ ਸੀਗਾ, ਉਹ ਨਹੀਂ ਲੱਗ ਪਾਇਆ। ਸੋ ਉਹਦੇ ਕਰਕੇ ਜ਼ਰੂਰ, ਕਿਉਂਕਿ ਉਹ ਸੱਤਾ ਦੇ ਧਿਰ ਜਿਹੜੀ ਹੁੰਦੀ ਹੈ ਉਹ ਬੁਨਿਆਦੀ ਤੌਰ 'ਤੇ ਜ਼ਿੰਮੇਵਾਰ ਹੁੰਦੀ ਹੈ। ਕੋਈ ਵੀ ਪ੍ਰੋਗਰਾਮ ਹੈ ਡਿਵੈਲਪਮੈਂਟ ਦਾ, ਚਾਹੇ ਉਹ ਸ਼ਹਿਰਾਂ ਦੇ ਨੇ, ਚਾਹੇ ਉਹ ਪਿੰਡਾਂ ਦੇ ਨੇ, ਵਿਕਾਸ ਦੇ ਜਿਹੜੇ ਕਾਰਜ ਹੁੰਦੇ ਆ, ਜਦੋਂ ਉਹ ਨਹੀਂ ਹੁੰਦੇ ਜਾਂ ਉਹ ਸਿਰਫ ਕਾਗਜ਼ਾਂ ਦੇ ਵਿੱਚ ਹੁੰਦੇ ਆ, ਤਾਂ ਲਾਜ਼ਮੀ ਤੌਰ 'ਤੇ ਜਿਹੜੀ ਸੱਤਾ ਧਿਰ ਹੁੰਦੀ ਆ ਉਸ ਵੇਲੇ ਦੀ, ਉਹਦੇ ਉੱਤੇ ਵੱਡੇ ਸਵਾਲ ਜਿਹੜੇ ਨੇ ਉਹ ਉੱਠਣੇ ਲਾਜ਼ਮੀ ਨੇ। ਸੋ ਉਹ ਸਵਾਲ ਹੁਣ ਜਿਵੇਂ ਪਿਛਲੇ ਲੰਬੇ ਸਮੇਂ ਤੋਂ, ਚਾਹੇ ਉਹ ਅਕਾਲੀ ਦਲ BJP ਦੀਆਂ ਸਰਕਾਰਾਂ ਰਹੀਆਂ ਹੋਣ, ਚਾਹੇ ਕਾਂਗਰਸ ਦੀਆਂ ਪਿਛਲੇ 5 ਸਾਲ ਦੀ ਸਰਕਾਰ ਰਹੀ ਹੋਵੇ, ਉਹ ਸਵਾਲ ਜਿਹੜੇ ਨੇ ਇਸ ਵੇਲੇ ਪੰਜਾਬ ਦੇ ਲੋਕ ਜ਼ਰੂਰ ਪੁੱਛਣਾ ਚਾਹੁੰਦੇ ਨੇ। ਸੋ ਇਸ ਕਰਕੇ ਜਿਵੇਂ ਤੁਸੀਂ ਕਿਹਾ ਹੈ ਕਿ ਉਹ ਸਵਾਲ ਹੀ ਨੇ ਜਿਨ੍ਹਾਂ ਕਰਕੇ ਅੱਜ ਵਿਜੀਲੈਂਸ ਜਿਹੜੀ ਹੈਗੀ ਆ, ਚਾਹੇ ਪਿਛਲੇ ਦਿਨਾਂ ਦੇ ਵਿੱਚ ਧਰਮਸੋਤ ਹੋਰਾਂ ਦਾ ਦੇਖ ਲਓ। ਹਾਂ ਬਿਲਕੁਲ, ਇੱਕ ਹੋਰ ਕੇਸ ਦਰਜ ਹੋ ਗਿਆ ਜੀ। ਹਾਂ ਦੇਖੋ, ਇਹ ਹੋਣਾ ਹੀ ਸੀਗਾ, ਕਿਉਂਕਿ ਚਾਹੇ ਵਿਦਿਆਰਥੀਆਂ ਦੇ ਘੁਟਾਲੇ ਦੀ ਗੱਲ ਹੋਵੇ, ਵਜ਼ੀਫਾ ਘੁਟਾਲਾ ਦੀ ਗੱਲ ਹੋਵੇ, ਚਾਹੇ ਜੰਗਲਾਤ ਮਹਿਕਮੇ ਦੀ ਗੱਲ ਹੋਵੇ, ਜਾਂ ਹੋਰ ਵੀ ਹਜੇ ਤਾਂ ਹੋਰ ਬਹੁਤ ਸਾਰੇ ਜਿਹੜੇ ਨੇ, ਜਦੋਂ ਅਸੀਂ ਵਿਜੀਲੈਂਸ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਵੇਖਦੇ ਹਾਂ ਤਾਂ ਲਾਜ਼ਮੀ ਤੌਰ 'ਤੇ ਹੋਰ ਵੱਡੇ ਜਿਹੜੇ ਚਿਹਰੇ ਨੇ, ਖਾਸ ਤੌਰ 'ਤੇ ਮੰਤਰੀ ਸਾਹਿਬਾਨ ਨੇ, ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਸ਼ਿਕੰਜੇ ਦੇ ਵਿੱਚ ਫਸ ਸਕਦੇ ਨੇ। ਸੋ ਹਜੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਧਰਮਸੋਤ ਜੀ ਆਏ ਨੇ, ਜਾਂ ਹੋਰ ਕਈ ਜਿਹੜੇ ਨੇ, ਬਾਜਵਾ ਸਾਹਿਬ, ਹਾਂ ਗੱਲ ਚੱਲਦੀ ਹੈ ਬਿਲਕੁਲ ਇਸੇ ਤਰ੍ਹਾਂ ਬਾਜਵਾ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਮਾਨ ਸਾਹਿਬ ਦਾ ਵੀ ਨਾਮ ਆਇਆ, ਸਿਮਰਨਜੀਤ ਮਾਨ ਹੋਰਾਂ ਦਾ, ਜ਼ਮੀਨ ਨੂੰ ਜਿਹੜਾ ਹੈਗਾ ਗੈਰ ਕਾਨੂੰਨੀ ਤੌਰ 'ਤੇ ਉਹਨਾਂ ਨੇ ਇਹ ਕਿਹਾ ਗਿਆ ਸਰਕਾਰ ਵੱਲੋਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਹਜੇ ਤਾਂ ਸ਼ੁਰੂਆਤ ਕਹਿ ਸਕਦੇ ਹਾਂ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਹੈਗਾ ਘੁਟਾਲਿਆਂ ਦਾ ਸਿਲਸਿਲਾ ਜਾਰੀ ਰਹੇਗਾ, ਔਰ ਇਹਦੇ ਵਿੱਚ ਹੋਰ ਵੀ ਵੱਡੇ ਚਿਹਰੇ ਜਿਹੜੇ ਆਪਾਂ ਨੇ ਹੋ ਸਕਦਾ ਕਦੇ ਸੋਚੇ ਵੀ ਨਾ ਹੋਣ, ਉਹ ਵੀ ਆ ਸਕਦੇ ਆ। ਸੋ ਇਦਾਂ ਦੀਆਂ ਸੰਭਾਵਨਾਵਾਂ ਮੈਨੂੰ ਜ਼ਿਆਦਾ ਲੱਗ ਰਹੀਆਂ ਨੇ। ਪਟਿਆਲਾ ਜ਼ਿਲ੍ਹੇ ਦੇ ਵਿੱਚ ਆਕੜੀ ਸਿਹਰਾ-ਸਿਹਰੀ ਪੈਂਦਾ ਕਿ ਕਿੰਨੇ ਕਰੋੜਾਂ ਦਾ। ਦੇਖੋ, ਹਾਂ ਬਿਲਕੁਲ, ਮੈਂ ਇਹੀ ਗੱਲ ਕਹਾਂਗਾ ਕਿ ਚਾਹੇ ਉਹ ਪਿੰਡਾਂ ਦੀ ਵਿਕਾਸ ਦੀ ਗੱਲਾਂ ਹੁੰਦੀਆਂ ਹੋਣ, ਚਾਹੇ ਉਹ ਆਪਾਂ ਤੁਸੀਂ ਪਿੰਡ ਦੀ ਪਟਿਆਲੇ ਦੀ ਗੱਲ, ਆਕੜੀ ਦੀ ਗੱਲ ਕੀਤੀ ਹੈ, ਔਰ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਘਪਲੇ ਜਿਹੜੇ ਨੇ, ਚਾਹੇ ਉਹ ਪਿੰਡਾਂ ਦੇ, ਈਵਨ ਇੱਥੋਂ ਤੱਕ ਜਿਹੜੇ ਸ਼ਹਿਰਾਂ ਦੇ ਵਿੱਚ ਵੀ ਮਿਊਨਿਸਪਲ ਕਮੇਟੀਆਂ ਦੇ ਰਾਹੀਂ ਜਿਹੜਾ ਪੈਸਾ ਲੱਗਿਆ, ਜਾਂ ਜਿਹੜਾ ਇਹ ਦਿਖਾਇਆ ਗਿਆ ਕਿ ਪੈਸਾ ਲੱਗਿਆ ਹੈ, ਇੰਨੇ ਕਰੋੜ ਲੱਗ ਗਿਆ, ਔਰ ਇੰਨੇ ਕਰੋੜ ਦੀਆਂ ਅਸੀਂ ਇੱਥੇ ਟਾਈਲਾਂ ਲਵਾਤੀਆਂ, ਇੰਨੇ ਕਰੋੜ ਰੁਪਏ ਦਾ ਅਸੀਂ ਫਲਾਣਾ ਕੰਮ ਕਰਤਾ, ਉਹਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਘਪਲੇ ਨਜ਼ਰ ਆਉਣਗੇ। ਮੈਂ ਇਹੀ ਕਹਿ ਦੀ ਕੋਸ਼ਿਸ਼ ਕਰ ਰਿਹਾ ਕਿ ਸਾਡਾ ਜਿਹੜਾ ਸਿਸਟਮ ਸੀਗਾ ਪਿਛਲੇ 75 ਸਾਲਾਂ ਦੇ ਵਿੱਚ, ਉਹ ਇੰਨਾ ਕਰਪਟ ਹੋ ਚੁੱਕਿਆ ਹੈ ਕਿ ਉਹਦੇ ਕਰਕੇ ਹੁਣ ਜਿਹੜਾ ਹੈਗਾ ਲੋਕਾਂ ਨੂੰ ਇੱਥੋਂ ਤੱਕ ਕਿ ਵਿਸ਼ਵਾਸ ਕਰਨਾ ਔਖਾ ਹੋ ਗਿਆ ਕਿ ਕੀ ਸਰਕਾਰੀ ਜਿਹੜਾ ਪੈਸਾ ਹੈ ਉਹ ਸੱਚੀ ਮੁੱਚੀ ਲੋਕਾਂ ਦੇ ਉੱਤੇ ਲੱਗ ਸਕਦਾ ਹੈ ਜਾਂ ਨਹੀਂ ਲੱਗ ਸਕਦਾ। ਇਸ ਵੇਲੇ ਪੰਜਾਬ ਦੇ ਲੋਕ ਇੱਕ ਮਤਲਬ ਸ਼ਸ਼ੋਪੰਜ ਨੇ ਕਿ ਸੱਚੀ ਮੁੱਚੀ ਕੀ ਸਾਡਾ ਪੈਸਾ, ਸਾਡੇ ਟੈਕਸਾਂ ਦਾ ਪੈਸਾ
ਕੀ ਸਾਡੇ ਉੱਤੇ ਲੱਗੂਗਾ, ਸਾਡੇ ਵਿਕਾਸ ਦੇ ਉੱਤੇ ਲੱਗੂਗਾ, ਜਾਂ ਉਹਦੇ ਵਿੱਚੋਂ ਕਿੰਨੇ ਪਰਸੈਂਟ। ਕਿਸੇ ਵੇਲੇ ਰਾਜੀਵ ਗਾਂਧੀ ਜੀ ਕਿਹਾ ਕਰਦੇ ਸੀਗੇ ਕਿ ਜੇ ਸੈਂਟਰ ਤੋਂ 1 ਰੁਪਿਆ ਚੱਲਦਾ ਹੈ ਤਾਂ ਉਹ ਜਦੋਂ ਥੱਲੇ ਤੱਕ ਪਹੁੰਚਦਾ ਹੈ ਤਾਂ ਉਹਦੇ 'ਚੋਂ ਸਿਰਫ 15 ਪੈਸੇ ਜਿਹੜੇ ਨੇ ਉਹ ਰਹਿ ਜਾਂਦੇ ਨੇ। ਸੋ ਹੁਣ ਤਾਂ ਉਦੋਂ ਵੀ ਮਾੜਾ ਹਾਲ ਹੋ ਸੀਗਾ। ਉਹ ਰਾਜੀਵ ਗਾਂਧੀ ਦੇ ਰਾਜ ਤੋਂ ਬਾਅਦ ਜਿਹੜੇ ਅਗਲੇ 20-25 ਸਾਲ ਆਏ, ਉਹਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਜ਼ਿਆਦਾ ਕਰਪਸ਼ਨ ਜਿਹੜੀ ਹੈਗੀ ਹੈ ਵਧੀ ਹੈ। ਸੋ ਇਸ ਕਰਕੇ ਜਿਹੜੀਆਂ ਇਹ ਆਪਾਂ ਕਰਪਸ਼ਨ ਦੀ ਅੱਜ ਗੱਲ ਕਰ ਰਹੇ ਹਾਂ, ਇਹ ਇੱਕ ਬੁਨਿਆਦੀ ਫਨੋਮਨਾ ਜਿਹੜਾ ਸੀਗਾ ਉਹ ਬਣ ਚੁੱਕਿਆ ਸੀਗਾ। ਔਰ ਬਹੁਤ ਸਾਰੇ ਜਿਹੜੇ ਲੀਡਰ ਨੇ ਜਾਂ ਬਹੁਤ ਸਾਰੇ ਵੱਡੇ ਅਧਿਕਾਰੀ, ਇਸ ਤੋਂ ਪਹਿਲਾਂ ਤੁਸੀਂ ਸੁਣਿਆ ਹੋਵੇਗਾ ਕਿ ਪੋਪਲੀ ਜੀ ਕੋਲ ਕਰੋੜਾਂ ਰੁਪਇਆ ਫੜਿਆ ਗਿਆ। ਹਾਂ, IAS ਅਧਿਕਾਰੀ ਜਿਹੜੇ ਨੇ ਉਹ ਉਦੋਂ ਉਹਨਾਂ ਕੋਲੇ ਜਿਹੜਾ ਸੀਗਾ ਜਦੋਂ ਛਾਪਾ ਪਿਆ, ਆਪਾਂ ਸਾਰੇ ਜਾਣਦੇ ਹਾਂ ਕਿ ਕਰੋੜਾਂ ਦਾ ਮਾਲ ਜਿਹੜਾ ਸੀਗਾ ਉਹਨਾਂ ਕੋਲੇ ਫੜਿਆ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਚਾਹੇ ਵੱਡੇ ਅਧਿਕਾਰੀ ਹੋਣ, ਚਾਹੇ ਵੱਡੇ ਲੀਡਰ ਹੋਣ, ਔਰ ਜੇਕਰ ਸਰਕਾਰ ਇਮਾਨਦਾਰੀ ਦੇ ਨਾਲ ਕੰਮ ਕਰੇਗੀ ਤਾਂ ਲਾਜ਼ਮੀ ਤੌਰ 'ਤੇ ਮੈਨੂੰ ਲੱਗਦਾ ਹੈ ਕਿ ਉਹ ਸਾਰੇ ਅਧਿਕਾਰੀ ਜਿਹੜੇ ਨੇ ਉਹ ਅੱਗੇ ਆਉਣਗੇ। ਕਾਂਗਰਸੀ ਲੀਡਰ ਕਹਿੰਦੇ ਕਿ ਅਸੀਂ ਤਾਂ ਜਾਂਚ ਦੇ ਵਿੱਚ ਸਹਿਯੋਗ ਦੇਵਾਂਗੇ, ਸਾਡਾ ਇਹਦੇ 'ਚ ਕੋਈ ਹੱਥ ਨਹੀਂ। ਦੇਖੋ, ਸਹਿਯੋਗ ਤਾਂ ਦੇਣਾ ਹੀ ਬਣਦਾ। ਦੇਖੋ, ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਸਹਿਯੋਗ ਨਹੀਂ ਦੇਣਾ ਚਾਹੀਦਾ, ਪਰ ਜੇਕਰ ਉਹਨਾਂ ਦੇ ਵਿਰੁੱਧ ਕੋਈ ਸਬੂਤ ਆਉਂਦੇ ਨੇ ਸਾਹਮਣੇ ਤਾਂ ਲਾਜ਼ਮੀ ਤੌਰ 'ਤੇ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਹੈ, ਜੋ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦੀ ਕਾਰਵਾਈ ਬਣਦੀ ਹੈ, ਉਹ ਹੋਣੀ ਵੀ ਚਾਹੀਦੀ ਹੈ। ਉਹ ਲੋਕਾਂ ਦਾ ਵਿਸ਼ਵਾਸ ਸਰਕਾਰ ਦੇ ਉੱਤੇ ਤਾਂ ਹੀ ਵੱਜੇਗਾ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਰ ਚਾਹੇ ਬਹੁਤ ਸਾਰੇ ਉਹਨਾਂ ਨੇ ਵਾਅਦੇ ਕੀਤੇ ਹੋਣ, ਪਰ ਇੱਕ ਵਾਅਦਾ ਇਹਨਾਂ ਦਾ ਜ਼ਰੂਰ ਸੀਗਾ, ਖਾਸ ਤੌਰ 'ਤੇ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਦੇ ਰਾਹੀਂ, ਕਿ ਭਾਈ ਅਸੀਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਹ ਗੱਲ ਉਹ ਪਹਿਲਾਂ ਵੀ ਕਹਿੰਦੇ ਰਹੇ ਆ ਇਲੈਕਸ਼ਨਸ ਤੋਂ, ਔਰ ਇਲੈਕਸ਼ਨ ਤੋਂ ਬਾਅਦ ਵੀ ਕਹਿੰਦੇ ਰਹੇ ਆ, ਔਰ ਅੱਜ ਵੀ ਕਹਿ ਰਹੇ ਨੇ। ਸੋ ਜੇਕਰ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਕਰਨ ਦੀ ਜਿਹੜੀ ਹੈਗੀ ਜ਼ੀਰੋ ਟੋਲਰੈਂਸ ਹੋਏਗੀ ਤਾਂ ਲਾਜ਼ਮੀ ਤੌਰ 'ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰੀ ਨੂੰ ਜ਼ਰੂਰ ਘੱਟੋ ਘੱਟ ਨੱਥ ਪਾਏਗੀ, ਔਰ ਇਹਦਾ ਫਾਇਦਾ ਲੋਕਾਂ ਨੂੰ ਹੋਏਗਾ। ਇਹ ਪੈਸਾ ਜਿਹੜਾ ਹੈਗਾ ਇਹ ਆਮ ਲੋਕਾਂ ਦੇ ਉੱਤੇ ਲੱਗੇਗਾ, ਪਿੰਡਾਂ ਦੇ ਵਿੱਚ ਲੱਗੇਗਾ, ਸ਼ਹਿਰਾਂ ਦੇ ਵਿੱਚ ਲੱਗੇਗਾ। ਉਹਦਾ ਫਾਇਦਾ ਜਿਹੜਾ ਹੈਗਾ ਹੋ ਸਕਦਾ ਹੈ। ਡਾਕਟਰ ਸਾਹਿਬ, ਜੇਕਰ ਆਪਾਂ ਜਦੋਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਾਂ ਕਿ ਖੇਤੀ ਮਹਿਕਮੇ ਦੇ ਨਾਲ ਸੰਬੰਧਿਤ ਮਾਮਲਾ ਵੀ ਹੈਗਾ ਕਿ 100 ਕਰੋੜ ਦਾ ਖੇਤੀ ਮਹਿਕਮੇ ਦੇ ਵਿੱਚ ਹੀ ਘੁਟਾਲਾ ਹੋ ਗਿਆ। ਹਾਂ, ਦੇਖੋ, ਇਹਦੇ ਵਿੱਚ ਮੈਂ ਫੇਰ ਕਹਾਂਗਾ ਕਿ ਹਜੇ ਤਾਂ ਸ਼ੁਰੂਆਤ ਹੈ। ਹਜੇ ਖੇਤੀ ਮਹਿਕਮੇ ਜਿਹਦੇ ਵਿੱਚ ਵੀ ਤੁਹਾਨੂੰ ਘੁਟਾਲੇ ਦਿਖ ਰਹੇ ਨੇ, ਔਰ ਇਸੇ ਤਰ੍ਹਾਂ ਸਿਹਤ ਮਹਿਕਮੇ ਦੇ ਵਿੱਚ ਵੀ ਬਹੁਤ ਵੱਡੇ ਘੁਟਾਲੇ ਆਉਣ ਵਾਲੇ ਦਿਨਾਂ 'ਚ ਨਜ਼ਰ ਆ ਸਕਦੇ ਨੇ। ਇਸੇ ਤਰ੍ਹਾਂ ਐਜੂਕੇਸ਼ਨ ਮਹਿਕਮੇ ਦੇ ਵਿੱਚ ਘੁਟਾਲੇ ਜਿਹੜੇ, ਯਾਨੀ ਕਿ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦਾ ਇਸ ਵੇਲੇ ਕੋਈ ਮਹਿਕਮਾ ਨਹੀਂ ਬਚਿਆ ਜਿੱਥੇ ਕਿਤੇ ਨਾ ਕਿਤੇ ਘੁਟਾਲਾ ਜਿਹੜਾ ਹੈਗਾ ਨਾ ਹੋਇਆ ਹੋਵੇ। ਸੋ ਇਸ ਕਰਕੇ ਇਹ ਤਾਂ ਹੁਣ ਡਿਪੈਂਡ ਕਰੇਗਾ ਕਿ ਸਰਕਾਰ ਕਿਸ ਮੁਸਤੈਦੀ ਦੇ ਨਾਲ ਇਹ ਕਾਰਵਾਈ ਕਰਦੀ ਹੈ, ਔਰ ਵਿਜੀਲੈਂਸ ਨੂੰ ਅੱਗੇ ਲਾ ਕੇ ਆਪਣੀ ਜਿਹੜੀ ਹੈਗੀ ਹੈ ਕਾਰਵਾਈ ਹੁੰਦੀ ਹੈ। ਹਾਂ, ਜਿਹੜੀ ਗੱਲ ਤੋਂ ਗੁਰੇਜ਼ ਕਰਨ ਦੀ ਲੋੜ ਹੈ ਉਹ ਹੈ ਕਿ ਪੋਲੀਟੀਕਲ ਵੈਂਡੇਟਾ, ਕਿ ਜਿਹੜੀ ਸਿਆਸੀ ਜਿਹੜੀ ਬਦਲਾਖੋਰੀ ਹੈ ਉਹ ਇਹਦੇ ਵਿੱਚ ਨਹੀਂ ਨਜ਼ਰ ਆਉਣੀ ਚਾਹੀਦੀ। ਇਹਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਨਜ਼ਰ ਆਉਣਾ ਚਾਹੀਦਾ ਹੈ, ਔਰ ਕਿਸੇ ਵੀ ਸਿਆਸੀ ਧਿਰ ਤੋਂ ਉੱਪਰ ਉੱਠ ਕੇ, ਸਿਆਸੀ ਦੂਸ਼ਣਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਹੋਣਾ ਚਾਹੀਦਾ। ਔਰ ਚਾਹੇ ਕੋਈ ਆਪਣਾ ਸਰਕਾਰ ਦਾ ਬੰਦਾ ਹੈ, ਚਾਹੇ ਕੋਈ ਦੂਜੀਆਂ ਪਾਰਟੀਆਂ ਦਾ ਬੰਦਾ ਹੈ, ਜਾਂ ਪਾਰਟੀਆਂ ਤੋਂ ਬਿਨਾਂ ਹੈ, ਕੋਈ ਨਿੱਜੀ ਤੌਰ 'ਤੇ ਵੀ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੇ ਵਿਰੁੱਧ ਜਿਹੜਾ ਹੈਗਾ ਸਿਆਸੀ ਦਖਲ ਅੰਦਾਜ਼ੀ ਤੋਂ ਬਿਨਾਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਕਾਨੂੰਨ ਦੇ ਹਿਸਾਬ ਦੇ ਨਾਲ ਉਹਦੇ ਉੱਤੇ ਕਾਰਵਾਈ ਹੋਵੇ, ਤਾਂ ਹੀ ਜਿਹੜਾ ਹੈਗਾ ਵੱਖ-ਵੱਖ ਮਹਿਕਮਿਆਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਜਿਵੇਂ ਕਿ ਜਿਨ੍ਹਾਂ ਦੇ ਵਿੱਚ ਘਪਲੇ ਹੋਏ ਨੇ, ਚਾਹੇ ਉਹ ਸਿਹਤ ਮਹਿਕਮਾ ਹੈ, ਜਿਹੜਾ ਹੈਗਾ ਸਿੱਖਿਆ ਦਾ ਮਹਿਕਮਾ ਹੈ, ਜਾਂ ਹੋਰ ਕੋਈ ਮਹਿਕਮੇ ਨੇ, ਜਿੱਥੇ ਵੀ ਘਪਲੇ ਹੋਏ ਨੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਭੰਗੂ ਸਾਹਿਬ, ਡਾਕਟਰ ਸਾਹਿਬ, ਇੱਕ VC ਦਾ ਅਸਤੀਫਾ ਮਨਜ਼ੂਰ ਹੋ ਗਿਆ ਡਾਕਟਰ ਰਾਜ ਬਹਾਦਰ ਦਾ, ਚੇਤਨ ਸਿੰਘ ਜੌੜੇ ਮਾਜਰਾ ਦੇ ਨਾਲ ਕਹਿੰਦੇ ਟਾਈ ਫਸ ਗਈ ਸੀ ਉਹਨਾਂ ਦੀ। ਦੇਖੋ, ਮੈਂ ਇੱਕ ਵਧਾਈ ਦੇਵਾਂਗਾ ਭਗਵੰਤ ਮਾਨ ਜੀ ਨੂੰ ਕਿ ਉਹਨਾਂ ਨੇ, ਜਿਵੇਂ ਤੁਸੀਂ ਸਿੱਖਿਆ ਦੀ ਸਿਹਤ ਦੀ ਗੱਲ ਕੀਤੀ ਹੈ, ਔਰ ਸਿਹਤ ਔਰ ਸਿੱਖਿਆ ਦੋਨੋਂ ਇੰਪੋਰਟੈਂਟ ਚੀਜ਼ਾਂ ਨੇ। ਇਹਦੇ ਵਿੱਚ ਸਿਹਤ ਵੀ ਸੀਗੀ, ਇਹ ਸਿਹਤ ਨਾਲ ਵੀ ਜੁੜੇ ਰਹੇ ਨੇ ਸਾਬਕਾ VC ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਔਰ ਐਜੂਕੇਸ਼ਨ ਨਾਲ ਵੀ ਜੁੜੇ ਰਹੇ ਨੇ ਕਿਉਂਕਿ ਕਾਲਜ ਔਰ ਯੂਨੀਵਰਸਿਟੀ ਦੇ ਵਿੱਚ ਉਹ ਪੜ੍ਹਾਉਂਦੇ ਸੀਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਵੀ ਇੱਦਾਂ ਦਾ ਅਹੁਦਾ ਹੁੰਦਾ ਉਹਦੀ ਇਹ ਇੱਕ ਮੁਕੱਦਸ ਜ਼ਿੰਮੇਵਾਰੀ ਹੁੰਦੀ ਹੈ ਕਿ ਕੋਈ ਵੀ ਬੰਦਾ ਜਦੋਂ ਖਾਸ ਤੌਰ 'ਤੇ ਡਾਕਟਰੀ ਖੇਤਰ ਦੇ ਵਿੱਚ ਜਦੋਂ ਵੀ ਕੋਈ ਮਰੀਜ਼ ਆਉਂਦਾ ਹੈ ਤਾਂ ਉਸ ਮਰੀਜ਼ ਦਾ ਸਹੀ ਇਲਾਜ ਕਰਨਾ,
ਔਰ ਉਹ ਉੱਥੋਂ ਦਾ ਜਿਹੜਾ ਵਾਤਾਵਰਨ ਹੈ, ਹਸਪੀਟਲ ਹੈ, ਯਾਨੀ ਕਿ ਉੱਥੋਂ ਦੇ ਜਿਵੇਂ ਗੱਦਿਆਂ ਦੀ ਗੱਲ ਹੋਈ ਹੈ, ਔਰ ਉੱਥੋਂ ਦੀ ਸਾਫ਼ ਸਫਾਈ ਦਾ ਧਿਆਨ ਰੱਖਣਾ, ਔਰ ਉੱਥੋਂ ਦੇ ਜਿਹੜਾ ਹੈਗਾ ਬਾਕੀ ਮੁਲਾਜ਼ਮਾਂ ਦਾ ਧਿਆਨ ਰੱਖਣਾ ਕਿ ਮੁਲਾਜ਼ਮ ਕੰਮ ਕਰਦੇ ਆ ਜਾਂ ਨਹੀਂ ਕਰਦੇ, ਜਾਂ ਉਹਨਾਂ ਤੋਂ ਕਿਵੇਂ ਕੰਮ ਲੈਣਾ ਹੈ, ਇਹਦੀ ਸਾਰੀ ਜ਼ਿੰਮੇਵਾਰੀ ਬੁਨਿਆਦੀ ਤੌਰ ਤੇ ਵਾਈਸ ਚਾਂਸਲਰ ਦੀ ਹੁੰਦੀ ਹੈ। ਚਾਹੇ ਕਹਿ ਦਿੱਤਾ ਇਹਦੇ ਵਿੱਚ ਇਹ ਦਿੱਤਾ ਜਾਂਦਾ ਵੀ ਸ਼ਾਇਦ ਉੱਥੇ ਤਾਂ ਜੀ ਜਿਹੜੇ ਸੁਪਰਡੈਂਟ ਸਾਹਿਬ ਨੇ ਉਹਨਾਂ ਸੀ। ਮੈਨੂੰ ਲੱਗਦਾ ਹੈ ਕਿ ਇੱਦਾਂ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਵਾਈਸ ਚਾਂਸਲਰ ਇੱਕ ਓਵਰਆਲ ਜ਼ਿੰਮੇਵਾਰ ਬੰਦਾ ਹੁੰਦਾ ਹੈ, ਔਰ ਜ਼ਿੰਮੇਵਾਰੀ ਵਾਲਾ ਜਿਹੜਾ ਹੈਗਾ ਅਹੁਦਾ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਵਾਈਸ ਚਾਂਸਲਰ ਸਾਹਿਬ ਜ਼ਰੂਰ ਇੱਥੇ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਹੈਗੀ ਆ ਉਹ ਢਿੱਲ ਵਰਤੀ ਹੈ, ਔਰ ਉਹਦਾ ਕਾਰਨ ਆਪਾਂ ਦੇਖਿਆ ਕਿ ਉਸ ਇਲਾਕੇ ਦੇ ਆਮ ਲੋਕ ਨੇ ਉਹਨਾਂ ਨੇ ਉਹ ਸਾਰੇ ਕਸ਼ਟ ਭੋਗੇ ਨੇ, ਔਰ ਜਿਵੇਂ ਗੱਦਿਆਂ ਦੇ ਹਾਲ ਔਰ ਸਫਾਈ ਦਾ ਜੋ ਬੇਹਾਲ ਉੱਥੇ ਦਿਖਾਈ ਦਿੰਦਾ ਸੀਗਾ, ਉੱਥੋਂ ਹੀ ਲੱਗਦਾ ਹੈ ਕਿ ਵੀਸੀ ਸਾਹਿਬ ਜਿਹੜੇ ਨੇ ਉਹ ਬਹੁਤੇ ਪ੍ਰਬੰਧਕ ਦੇ ਤੌਰ ਤੇ ਬਹੁਤੇ ਕਾਮਯਾਬ ਨਹੀਂ ਸੀਗੇ। ਇਸ ਕਰਕੇ ਉਹਨਾਂ ਦਾ ਅਸਤੀਫਾ ਜਿਹੜਾ ਹੈਗਾ ਇੱਕ ਚੰਗੀ ਗੱਲ ਹੋਈ ਹੈ ਸਰਕਾਰ ਵੱਲੋਂ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ, ਔਰ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਬਾਕੀ ਵੀ ਸਾਡੇ ਜਿਹੜੇ ਅਹੁਦੇਦਾਰ ਸਾਹਿਬਾਨ ਨੇ ਜਾਂ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਨੇ, ਉਹਨਾਂ ਦੇ ਉੱਤੇ ਜਿਹੜੀ ਹੈਗੀ ਇੱਕ ਜ਼ਿੰਮੇਵਾਰੀ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਸਮਾਜ ਪ੍ਰਤੀ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਾਂਗੇ, ਕੋਈ ਵੀ ਵੱਡਾ ਅਧਿਕਾਰੀ ਹੈ, ਤਾਂ ਉਹਦੇ ਨਾਲ ਕੀ ਹੋਏਗਾ ਕਿ ਸਮਾਜ ਦੇ ਆਮ ਲੋਕਾਂ ਦਾ ਨੁਕਸਾਨ ਹੋਏਗਾ। ਜਿਵੇਂ ਇੱਥੇ ਤੁਸੀਂ ਦੇਖਿਆ ਕਿ ਜਿਹੜੇ ਮਰੀਜ਼ ਲੋਕ, ਜਿਹੜੇ ਗਰੀਬ ਆਉਂਦੇ ਸੀਗੇ ਲੋਕ ਮਰੀਜ਼ ਬਣ ਕੇ, ਤਾਂ ਹੋਰ ਬਿਮਾਰ ਹੋ ਕੇ ਜਾਂਦੇ ਸੀਗੇ। ਸੋ ਜੇਕਰ ਇਹ ਬੁਨਿਆਦੀ ਸਹੂਲਤਾਂ ਉੱਥੇ ਨਹੀਂ ਦਿੱਤੀਆਂ ਜਾਂਦੀਆਂ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਉੱਥੋਂ ਦੇ ਅਧਿਕਾਰੀਆਂ ਦੀ ਵੀ ਜ਼ਿੰਮੇਵਾਰੀ ਜਿਹੜੀ ਹੈਗੀ ਬਣਦੀ ਹੈ। ਔਰ ਇਹ ਵੱਡੇ ਅਧਿਕਾਰੀ ਸੀਗੇ, ਵਾਈਸ ਚਾਂਸਲਰ ਸੀਗੇ ਉਸ ਯੂਨੀਵਰਸਿਟੀ ਦੇ, ਔਰ ਬਾਬਾ ਫਰੀਦ ਦੇ ਨਾਂ ਦੇ ਉੱਤੇ ਜਿਹੜੀ ਯੂਨੀਵਰਸਿਟੀ ਬਣੀ ਹੋਵੇ, ਤਾਂ ਉੱਥੇ ਤਾਂ ਆਪ ਹੀ ਆਪਾਂ ਨੂੰ ਪਤਾ ਹੈ ਬਾਬਾ ਫਰੀਦ ਦਾ ਬਹੁਤ ਵੱਡਾ ਇੱਕ ਮੁਕੱਦਸ ਨਾਂ ਹੈ ਉਹਨਾਂ ਦਾ। ਸੋ ਉਸ ਨਾਂ ਦੇ ਉੱਤੇ ਜੇਕਰ ਇੱਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆਪਣੇ ਮਰੀਜ਼ਾਂ ਨੂੰ ਸਹੀ ਸਫਾਈ ਔਰ ਗੱਦੇ ਨਹੀਂ ਪ੍ਰਦਾਨ ਕਰ ਸਕਦਾ, ਤਾਂ ਮੈਨੂੰ ਲੱਗਦਾ ਹੈ ਕਿ ਉਹ ਵੀਸੀ ਕਹਾਉਣ ਦੇ ਯੋਗ ਨਹੀਂ ਹੋ ਸਕਦਾ। ਸਰਕਾਰ ਕੁਛ ਕੋਈ ਪੈਸਾ ਹੀ ਨਹੀਂ ਦਿੰਦੀ ਉੱਥੇ ਜੋ ਸਰਕਾਰਾਂ ਰਹੀਆਂ ਨੇ। ਦੇਖੋ, ਮੈਂ ਇਹ ਕਹਿ ਸਕਦਾ ਕਿ ਹੋ ਸਕਦਾ ਹੈ ਕਿ ਮਹਿੰਗੀਆਂ ਦਵਾਈਆਂ ਦੇ ਵਿੱਚ ਜਿਹੜੀ ਹੈਗੀ ਸਰਕਾਰ ਪੈਸੇ ਨਾ ਦਿੰਦੀ ਹੋਵੇ, ਪਿਛਲੀਆਂ ਸਰਕਾਰਾਂ ਆਪਾਂ ਨੂੰ ਪਤਾ ਹੀ ਹੈ, ਬਟ ਜਿਹੜੀਆਂ ਇੱਕ ਬੁਨਿਆਦੀ ਗੱਲਾਂ ਨੇ, ਜਿਵੇਂ ਮੰਨ ਲਓ ਸਫਾਈ ਦਾ, ਜੇ ਇੱਕ ਸਫਾਈ ਦਾ ਧਿਆਨ ਜਾਂ ਈਵਨ ਗੱਦੇ ਨੇ, ਜੇਕਰ ਤੁਸੀਂ, ਮੈਨੂੰ ਲੱਗਦਾ ਹੈ ਕਿ ਗੱਦਿਆਂ 'ਤੇ ਕਿੰਨਾ ਖਰਚਾ ਆਉਂਦਾ ਹੈ, ਠੀਕ ਹੈ ਨਾ, ਇਹ ਕੋਈ ਬਹੁਤੇ ਖਰਚੇ ਵਾਲੇ ਚੀਜ਼ਾਂ ਨਹੀਂ ਹੈਗੀਆਂ, ਇਹ ਤਾਂ ਇੱਕ ਇੱਛਾ ਸ਼ਕਤੀ ਵਾਲੀ ਗੱਲ ਹੈ। ਸਫਾਈ ਤਾਂ ਰੱਖਣੀ, ਮੈਨੂੰ ਲੱਗਦਾ ਹੈ ਕਿ ਜਿੱਥੇ ਸਫਾਈ ਹੈ ਉੱਥੇ ਖੁਦਾਈ ਹੈ। ਸਫਾਈ ਤਾਂ ਗਰੀਬ ਬੰਦੇ ਵੀ ਸਫਾਈ ਰੱਖ ਸਕਦੇ ਆ, ਸਫਾਈ ਰੱਖਣ ਨੂੰ ਕੋਈ ਪੈਸੇ ਨਹੀਂ ਲੱਗਦੇ। ਤੁਸੀਂ 4 ਬੰਦੇ ਰੱਖੋ, ਠੀਕ ਹੈ ਨਾ, ਇਹ ਤਾਂ ਬੰਦਾ ਮੈਨੂੰ ਲੱਗਦਾ ਹੈ ਕਿ ਜਿੱਥੇ ਉਹਨੂੰ ਲੱਗਦਾ ਹੈ ਕਿ ਬਿਮਾਰੀ ਦਾ ਘਰ ਹੈ ਜਿਹੜਾ ਹੈਗਾ, ਜੇ ਗੰਦ ਪਊਗਾ ਤਾਂ ਉਹਦੇ ਤੋਂ ਛੁਟਕਾਰੇ ਦੇ ਲਈ ਤਾਂ ਆਪਾਂ ਆਪ ਪੱਲਿਓਂ ਪੈਸੇ ਦੇ ਕੇ ਇੱਦਾਂ ਦੀਆਂ ਸਫਾਈ ਕਰਵਾ ਲੈਂਦੇ ਹਾਂ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਇੱਕ ਬਹਾਨੇਬਾਜ਼ੀ ਜ਼ਰੂਰ ਹੋ ਸਕਦੀ ਹੈ ਕਿ ਦੇਖੋ ਜੀ ਇੰਨੇ ਵੱਡੇ ਜਿਹੜਾ ਹੈਗਾ ਰਕਮ ਉੱਥੇ ਨਹੀਂ ਆ ਰਹੀ, ਹੋ ਸਕਦਾ ਕਿ ਨਾ ਆ ਰਹੀ ਹੋਵੇ, ਪਰ ਜਿਹੜਾ ਬੁਨਿਆਦੀ ਚੀਜ਼ਾਂ ਨੇ, ਚਾਦਰਾਂ 'ਤੇ ਔਰ ਗੱਦਿਆਂ ਦੇ ਉੱਤੇ, ਸਫਾਈ ਦੇ ਘਾਹ ਕੱਟਣ ਦੇ ਉੱਤੇ ਕਿੰਨਾ ਕੁ ਸਮਾਂ ਲੱਗਦਾ, ਜਾਂ ਉੱਥੇ ਜਿਹੜਾ ਗੰਦ ਪਿਆ ਉਹਨੂੰ ਰੇੜੀ ਭਰ ਕੇ ਜਾਂ ਟਰਾਲੀ ਭਰ ਕੇ ਚੁਕਾਉਣ ਦੇ ਉੱਤੇ ਕਿੰਨਾ, ਇਹਦਾ ਇੱਕ ਵਿਜ਼ਨ ਦੀ ਗੱਲ ਹੈ, ਵਿਜ਼ਨ ਦੀ ਕਮੀ ਹੈ ਇਹਦੇ ਵਿੱਚ। ਉਹਦੇ ਨਾਲੋਂ ਜਿਹੜਾ ਹੈਗਾ ਪੈਸਿਆਂ ਦੀ ਬਹੁਤਾ ਖਰਚੇ ਵਾਲੀ ਗੱਲ ਨਹੀਂ ਹੈ। ਜਿੰਨੇ ਕੁ ਇੰਨੀਆਂ ਤਨਖਾਹਾਂ ਨੇ ਡਾਕਟਰਾਂ ਦੀਆਂ, ਵਾਈਸ ਚਾਂਸਲਰ ਦੀਆਂ 2-2 ਲੱਖ ਤਨਖਾਹਾਂ ਨੇ, ਹੋ ਸਕਦਾ ਉੱਤੋਂ ਵੀ ਬਥੇਰੇ ਆਪਰੇਸ਼ਨਾਂ ਦੇ ਜਾਂ ਹੋਰ ਪ੍ਰਾਈਵੇਟ ਰਾਹੀਂ ਜਿਹੜਾ ਹੈਗਾ ਪੈਸਾ ਆਉਂਦਾ ਹੋਵੇ ਡਾਕਟਰਾਂ ਕੋਲੇ, ਬਟ ਮੈਂ ਕਹਿੰਦਾ ਜਿੱਥੇ ਉਹਨਾਂ ਨੇ ਵੀ ਰਹਿਣਾ ਹੈ, ਵੀਸੀ ਸਾਹਿਬ ਨੇ ਵੀ ਉੱਥੇ ਉਸ ਏਰੀਆ 'ਚ ਰਹਿਣਾ, ਔਰ ਡਾਕਟਰਸ ਨੇ ਵੀ ਜਾਂ ਹੋਰ ਲੋਕਾਂ ਨੇ ਵੀ, ਘੱਟੋ ਘੱਟ ਆਪਾਂ ਆਲਾ ਦੁਆਲਾ ਤਾਂ ਅਸੀਂ ਆਪਣੇ ਆਪ ਜਿਹੜਾ ਹੈਗਾ ਉਹਨੂੰ ਸੰਵਾਰੀਏ। ਸਭ ਗੱਲ ਚੱਲਦੀ ਸੀ ਕਿ ਜੋੜੇ ਮਾਜਰਾ ਦਾ ਅਸਤੀਫਾ ਜੀ ਸਰਕਾਰ ਲੈ ਸਕਦੀ ਹੈ, ਪਰ ਇੰਨਾ ਮੁਸ਼ਕਿਲ। ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਜੋੜੇ ਮਾਜਰਾ ਦਾ ਅਸਤੀਫਾ ਤਾਂ ਹੁੰਦਾ ਜੇ ਉਹਨਾਂ ਨੇ ਕੋਈ ਗਲਤ ਗੱਲ ਕਹੀ ਹੁੰਦੀ, ਠੀਕ ਹੈ ਨਾ, ਜੇ ਕੋਈ ਉਹਨਾਂ ਨੇ ਉਹਨਾਂ ਨੂੰ ਗਲਤ ਬੋਲਿਆ ਹੁੰਦਾ ਜਾਂ ਕੋਈ ਗਲਤ ਗੱਲ ਕਹੀ, ਉਹਨਾਂ ਨੇ ਤਾਂ ਇਹੀ ਦੱਸਿਆ, ਉਹ ਇੱਕ ਦਿਖਾਇਆ ਉਹਨਾਂ ਨੂੰ ਵੀਸੀ ਸਾਹਿਬ ਨੂੰ ਕਿ ਭਾਈ ਜੇ ਇੱਥੇ ਆਮ ਬੰਦਾ, ਗਰੀਬ ਬੰਦਾ ਸੌਂਦਾ ਹੈ, ਪੈਂਦਾ ਹੈ ਇਸ ਗੰਦੇ ਗੱਦੇ ਦੇ ਉੱਤੇ, ਤਾਂ ਇੱਕ ਵੀਸੀ ਸਾਹਿਬ ਨੂੰ ਇੱਥੇ ਪੈਣ 'ਚ ਕੀ ਹਰਜ ਹੈ। ਉਹ ਵੀ ਆਖਰ ਨੂੰ ਜਿਹੜੇ ਗਰੀਬ ਲੋਕ ਇੱਥੇ ਆਉਂਦੇ ਆ,
ਉੱਥੇ ਇਲਾਜ ਕਰਾਉਣ ਦੇ ਲਈ, ਜੇ ਉਹ ਪੈ ਸਕਦੇ ਹੈ ਉਹ ਉੱਥੇ ਰਾਤਾਂ ਕੱਟ ਸਕਦਾ। ਜੇ 1-2 ਸੈਕਿੰਡ ਲਈ ਵੀਸੀ ਪੈ ਗਿਆ ਤਾਂ ਕਿਹੜੀ ਗੱਲ ਹੈ ਕਿ ਉਹਨੂੰ ਅਹਿਸਾਸ ਕਰਾਉਣਾ ਸੀਗਾ। ਔਰ ਉਹਦਾ ਫਰਜ਼ ਹੈ ਮੰਤਰੀ ਸਾਹਿਬ ਦਾ ਕਿ ਭਾਈ ਜਿਹੜਾ ਮਹਿਕਮਾ ਉਹਨਾਂ ਦੇ ਅੰਡਰ ਹੈ ਕਿ ਉੱਥੇ ਸਹੀ ਜਿਹੜੀ ਹੈਗੀ ਆ ਉੱਥੇ ਸਹੀ ਸਫਾਈ ਵੀ ਹੋਵੇ। ਔਰ ਗੱਦੇ ਵੀ ਬਾਅਦ ਦੇ ਵਿੱਚ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਨੇ ਪੱਲਿਓਂ ਪੈਸੇ ਲਾ ਕੇ ਗੱਦੇ ਭੇਜੇ ਹੈ। ਸੋ ਮੇਰਾ ਕਹਿਣ ਦਾ ਇਹੀ ਮਤਲਬ ਹੈ ਕਿ ਅਸੀਂ ਬਜਾਏ ਕਿ ਕੋਈ ਸਾਨੂੰ ਦੱਸੇ, ਜਿਹੜੇ ਅਧਿਕਾਰੀ ਸਹਿਬਾਨ ਦੀ ਮੈਂ ਗੱਲ ਕਰ ਰਿਹਾ ਕਿ ਉਹਨਾਂ ਅਧਿਕਾਰੀਆਂ ਨੂੰ ਇਹੀ ਚਾਹੀਦਾ ਕਿ ਆਪਾਂ ਆਪਣੀ ਜ਼ਿੰਮੇਵਾਰੀ ਵੀ ਪਛਾਣੀਏ। ਠੀਕ ਹੈ ਨਾ, ਸਰਕਾਰ ਦੀ ਜ਼ਿੰਮੇਵਾਰੀ ਵੀ ਹੋਏਗੀ, ਸਰਕਾਰ ਜੇ ਨਹੀਂ ਕਰਦੀ ਤਾਂ ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੋਣੇ ਚਾਹੀਦੇ ਨੇ। ਪਰ ਪਹਿਲਾਂ ਆਪਾਂ ਇਹ ਦੇਖੀਏ ਕਿ ਅਸੀਂ ਜੋ ਇਸ ਵੇਲੇ ਸਾਡੇ ਕੋਲ ਅਵੇਲੇਬਲ ਹੈ ਉਹਨੂੰ ਅਸੀਂ ਸਹੀ ਲੋਕਾਂ ਦੇ ਪੱਖ ਦੇ ਵਿੱਚ ਯੂਜ਼ ਕਰ ਰਹੇ ਹਾਂ। ਜੇ ਤਾਂ ਕਰ ਰਹੇ ਹਾਂ ਫਿਰ ਤਾਂ ਅੱਛੀ ਗੱਲ ਹੈ, ਪਰ ਜੇ ਨਹੀਂ ਹੁੰਦਾ ਤਾਂ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਅਧਿਕਾਰੀਆਂ ਦੇ ਉੱਤੇ ਉੱਠਦੇ ਆ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰਕ। ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਜੀ। ਡਾਕਟਰ ਸਾਹਿਬ ਨਾਲ ਅਸੀਂ 2 ਵਿਸ਼ਿਆਂ 'ਤੇ ਗੱਲਬਾਤ ਕੀਤੀ। ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਗਰਮ ਹੈ, ਵੱਡੇ ਮਗਰਮੱਛਾਂ ਨੂੰ ਹੱਥ ਪਾਏ ਜਾ ਰਹੇ ਨੇ। ਦੂਜੇ ਪਾਸੇ ਵੀਸੀ ਦਾ ਅਸਤੀਫਾ ਪ੍ਰਵਾਨ ਹੋ ਗਿਆ, ਉਸ ਮਸਲੇ 'ਤੇ ਗੱਲਬਾਤ ਕੀਤੀ। ਤੁਸੀਂ ਆਪਣੀ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਕਮੈਂਟ ਦੇ ਰੂਪ ਦੇ ਵਿੱਚ ਜ਼ਰੂਰ ਭੇਜਿਓ ਤੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਰਾਣਾ ਪੰਜਾਬੀ।